ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ, ਨਹੀਂ ਤੇ ਮੇਰਾ ਖਾਬ ਅਧੂਰਾ ਰਹਿ ਜਾਣਾ। ਕਿੰਜ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ, ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ, ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ। ਉਸ ਦਰਦਾਂ ਵਾਲੇ ਦੇਸ਼ ਤੇ ਮਹਾਰਾਜਾ ਸਰਦਾਰ ਦਲੀਪ ਸਿੰਘ ਜੀ, ਮਹਾਰਾਣੀ ਜਿੰਦ ਕੌਰ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਜੀ। ਮਹਾਰਾਜਾ ਦਲੀਪ ਸਿੰਘ ਜੀ ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਦੀ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਇਤਿਹਾਸ ਤੇ ਸਾਡੇ ਲੋਕਾਂ ਨੇ ਪੂਰਨ ਇਨਸਾਫ ਨਹੀਂ ਕੀਤਾ। ਇਤਿਹਾਸ ਦੇ ਵਿੱਚ ਕੁਝ ਅਜਿਹੇ ਚਿਹਰੇ, ਕੁਝ ਅਜਿਹੇ ਨਾਮ, ਕੁਝ ਅਜਿਹੇ ਸ਼ਖਸ ਹੁੰਦੇ ਨੇ ਜਿਨ੍ਹਾਂ ਦੇ ਪਿਛੋਕੜ, ਜਿਨ੍ਹਾਂ ਦੇ ਆਪਣੇ ਕਾਰਜਾਂ ਕਰਕੇ ਉਹਨਾਂ ਦੀ ਪ੍ਰਸਿੱਧੀ ਤਾਂ ਇਤਿਹਾਸ ਦੇ ਵਿੱਚ ਹੁੰਦੀ ਹੈ, ਨਾਮ ਤਾਂ ਇਤਿਹਾਸ ਦੇ ਵਿੱਚ ਦਰਜ ਹੁੰਦਾ ਹੈ, ਪਰ ਉਹਨਾਂ ਦੇ ਕਾਰਜ ਜਾਂ ਉਹਨਾਂ ਦੀ ਆਪਣੀ ਕੌਮ, ਆਪਣੇ ਲੋਕਾਂ ਪ੍ਰਤੀ ਜੋ ਜ਼ਿੰਮੇਵਾਰੀ ਨਿਭਾ ਕੇ ਗਏ ਹੁੰਦੇ ਨੇ, ਉਹ ਆਪਣੇ ਲੋਕਾਂ ਲਈ ਇਤਿਹਾਸ ਰਾਹੀਂ ਨਹੀਂ ਪਹੁੰਚਦੀ। ਉਹਦੇ ਕਈ ਕਾਰਨ ਹੁੰਦੇ ਨੇ। ਇੱਕ ਇਹ ਕਾਰਨ ਹੁੰਦਾ ਹੈ ਕਿ ਜਦੋਂ ਕੌਮਾਂ ਸੰਘਰਸ਼ ਜਿਹੜਾ ਹੈ ਉਹ ਹਾਰ ਜਾਂਦੀਆਂ ਨੇ ਜਾਂ ਹਰਾ ਦਿੱਤਾ ਜਾਂਦਾ ਹੈ, ਰਾਜਨੀਤਿਕ ਪੱਖ ਤੋਂ, ਧਾਰਮਿਕ ਪੱਖ ਤੋਂ ਕਿਤੇ ਨਾ ਕਿਤੇ ਹਾਰ ਜਿਹੜੀ ਹੈ ਉਹ ਪੱਲੇ ਪੈ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜੇਤੂ ਉਹ ਇਤਿਹਾਸ ਨੂੰ ਆਪਣੇ ਤਰੀਕੇ ਦੇ ਨਾਲ ਲਿਖਦਾ ਹੈ ਤੇ ਆਉਣ ਵਾਲੇ ਅਗਲੇ ਸ਼ਾਸਕ ਵੀ ਜਿਹੜਾ ਇਤਿਹਾਸ ਹੁੰਦਾ ਹੈ, ਜੋ ਗਲਤ ਇਤਿਹਾਸ ਲਿਖਿਆ ਹੁੰਦਾ, ਉਸ ਨੂੰ ਹੋਰ ਗਲਤ ਤਰੀਕੇ ਦੇ ਨਾਲ ਲਿਖਦੇ ਨੇ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਉਹ ਲੋਕ ਜੋ ਉਸ ਧਰਤੀ ਦੇ, ਉਸ ਖਿੱਤੇ ਦੇ ਮਾਲਕ ਨੇ, ਕਿਤੇ ਉਹ ਇਤਿਹਾਸ ਨੂੰ ਪੜ੍ਹ ਕੇ ਦੁਬਾਰਾ ਨਾ ਜਾਗ ਪੈਣ। ਮਹਾਰਾਜਾ ਰਣਜੀਤ ਸਿੰਘ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦਾ ਰਾਜ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਹੈ ਕਿ ਉਹ ਇੱਕ ਅਜਿਹਾ ਰਾਜ ਸੀ ਜਿਹਦੇ ਵਿੱਚ ਹਰ ਧਰਮ, ਹਰ ਵਰਗ ਦੇ ਲੋਕ ਬਹੁਤ ਖੁਸ਼ ਰਹਿੰਦੇ ਸੀ ਤੇ ਉਹਨਾਂ ਨੂੰ ਸੰਪੂਰਨ ਤਰੀਕੇ ਦੇ ਨਾਲ, ਪੂਰਨ ਵੀ ਨਹੀਂ, ਸੰਪੂਰਨ ਤਰੀਕੇ ਦੇ ਨਾਲ ਉਹਨਾਂ ਦੇ ਬਣਦੇ ਹੱਕ ਮਿਲਦੇ ਸੀ, ਧਾਰਮਿਕ ਅਤੇ ਰਾਜਸੀ ਤੌਰ ਤੇ ਹਰ ਤਰ੍ਹਾਂ ਦੇ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਿੱਖਾਂ ਦਾ ਰਾਜ, ਜਿਸ ਦੇ ਉੱਤੇ ਈਸਟ ਇੰਡੀਆ ਕੰਪਨੀ ਰਾਹੀਂ ਵਾਈਟ ਸੁਪਰਾਮੈਸੀ ਨੇ ਕਬਜ਼ਾ ਕਰ ਲਿਆ। ਜਦੋਂ ਕਬਜ਼ਾ ਕਰਨ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜੀ ਨੂੰ ਬੰਦੀ ਬਣਾਇਆ ਜਾਂਦਾ ਹੈ, ਪੰਜਾਬ ਤੋਂ ਫਿਰ ਬਾਹਰਲੀ ਸਟੇਟ ਬਨਾਰਸ ਵਿੱਚ ਭੇਜਿਆ ਜਾਂਦਾ ਹੈ ਤੇ ਉੱਥੋਂ ਫਿਰ ਮਹਾਰਾਣੀ ਜਿੰਦ ਕੌਰ ਕਿਵੇਂ ਨਾ ਕਿਵੇਂ ਨੇਪਾਲ ਪਹੁੰਚਦੇ ਨੇ। ਤੇ ਇਸੇ ਸਮੇਂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਕਰ ਜਾਣ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜੀ ਨੂੰ ਅਗਵਾ ਕਰਨ ਤੋਂ ਬਾਅਦ, ਕੈਦ ਕਰਨ ਤੋਂ ਬਾਅਦ ਵਾਈਟ ਸੁਪਰਾਮੈਸੀ, ਬ੍ਰਿਟਿਸ਼ ਸਾਮਰਾਜ, ਉਹਨਾਂ ਦੇ ਕਰਿੰਦੇ, ਉਹਨਾਂ ਦੀ ਸੀਕ੍ਰੇਟ ਏਜੰਸੀ ਤੇ ਉਹਨਾਂ ਦਾ ਜਿਹੜਾ ਰਾਜ ਪ੍ਰਬੰਧ ਬ੍ਰਿਟੇਨ ਦਾ, ਉਸ ਦੇ ਅਕੋਰਡਿੰਗ ਉਹ ਲੋਕ ਜਿਨ੍ਹਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਧੀ ਹੁੰਦੀ ਸੀ, ਤਾਂ ਉਹ ਸੰਧੀ ਦੇ ਨਿਯਮਾਂ ਨੂੰ ਤੋੜਦੇ ਹੋਏ ਮਹਾਰਾਜਾ ਦਲੀਪ ਸਿੰਘ ਜੀ ਦੇ ਰਾਖੇ ਬੰਨ ਦੇ ਨਾਮ ਹੇਠ ਉੱਥੇ ਜਾਂਦੇ ਨੇ। ਉਹ ਸਿੱਖ ਰਾਜ ਦੀ ਦਹਿਲੀਜ਼ ਵਿੱਚ ਪੈਰ ਪਾਉਂਦੇ ਨੇ ਤੇ ਉਹ ਤੋਂ ਮਹਾਰਾਣੀ ਜਿੰਦ ਕੌਰ ਨੂੰ ਗ੍ਰਿਫਤਾਰ ਕਰਾਉਂਦੇ ਨੇ, ਅਗਵਾ ਕਰਾਉਂਦੇ ਨੇ, ਜੇਲ੍ਹ 'ਚ ਸਿੱਟਦੇ ਨੇ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ, ਇੱਕ ਛੋਟੇ ਬੱਚੇ ਨੂੰ, ਉੱਥੋਂ ਅਗਵਾ ਕਰਦੇ ਨੇ ਤੇ ਨਾਲ ਦੀ ਨਾਲ ਝੂਠੇ ਦਸਤਕਾਂ ਹੇਠ ਇੱਕ ਚਿੱਠੀ ਲਿਖਵਾਉਂਦੇ ਨੇ ਇੱਕ ਛੋਟੇ ਬੱਚੇ ਤੋਂ, ਤੇ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ, ਕੋਹਿਨੂਰ ਹੀਰਾ, ਉਹ ਚੋਰੀ ਕਰਕੇ ਬ੍ਰਿਟੇਨ, ਇੰਗਲੈਂਡ ਦੀ ਧਰਤੀ ਤੇ ਲੈ ਕੇ ਆਉਂਦੇ ਨੇ ਤੇ ਨਾਲ ਦੀ ਨਾਲ ਸਿੱਖਾਂ ਦੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਅਗਵਾ ਕਰਕੇ ਛੋਟੀ ਉਮਰ ਦੇ ਵਿੱਚ ਉਹ ਇੰਗਲੈਂਡ ਲੈ ਕੇ ਆਉਂਦੇ ਨੇ। ਤੇ ਸਭ ਤੋਂ ਪਹਿਲਾਂ ਇਹ ਸੁਪਰਾਮੈਸੀ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਦੂਰ ਕਰਦੀ ਹੈ, ਸਿੱਖ ਧਰਮ ਤੋਂ ਦੂਰ ਕਰਕੇ ਉਹਨਾਂ ਦਾ ਧਰਮ ਚੇਂਜ ਕਰਾਉਂਦੀ ਹੈ ਤੇ ਉਹਨਾਂ ਦੇ ਧਰਮ ਨੂੰ ਕ੍ਰਿਸਚੈਨਿਟੀ ਦੇ ਵਿੱਚ ਬਦਲਦੀ ਹੈ, ਕ੍ਰਿਸਚਨ ਬਣਾ ਦਿੱਤਾ ਜਾਂਦਾ ਹੈ ਇੱਕ ਛੋਟੇ ਜਿਹੇ ਬੱਚੇ ਨੂੰ। ਤੇ ਨਾਲ ਦੀ ਨਾਲ ਉਸ ਦੇ ਦਿਮਾਗ ਦੇ ਵਿੱਚ
ਜਿਹੜੀ ਨੈਸ਼ਨਲਿਜ਼ਮ ਦੀ ਪੜ੍ਹਾਈ ਕਰਾਈ ਜਾਂਦੀ ਹੈ ਤਾਂ ਸੱਜੇ ਖੱਬਿਓਂ ਹਰ ਵੇਲੇ ਉਹੋ ਜਿਹੇ ਲੋਕ ਉਹਨੇ ਜੋ ਸਿੱਖ ਰਾਜ ਦੇ ਅਗੇਂਸਟ ਹੋਣ, ਸਿੱਖਾਂ ਦੀਆਂ ਰਹਿਤ ਮਰਜ਼ਾਦਾ ਪੰਜਾਬ ਦੇ ਅਗੇਂਸਟ ਹੋਣ। ਮਹਾਰਾਜਾ ਦਲੀਪ ਸਿੰਘ ਜੀ ਦੇ ਦਿਮਾਗ ਨੂੰ ਚੇਂਜ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਆਲੇ ਦੁਆਲੇ ਇਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਉਹ ਤਿਆਰ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਆਪਣੇ ਧਰਮ, ਆਪਣੇ ਮਾਂ-ਬਾਪ ਬਾਰੇ ਯਾਦ ਨਹੀਂ ਰਹਿੰਦਾ ਤੇ ਉਹ ਰੰਗ ਰਲੀਆਂ ਦੇ ਵਿੱਚ ਗਵਾਚ ਜਾਂਦੇ ਨੇ। ਇੱਕ ਛੋਟਾ ਬੱਚਾ ਹੈ, ਉਸਦਾ ਦਿਮਾਗ ਚੇਂਜ ਕੀਤਾ ਗਿਆ, ਬਦਲਿਆ ਗਿਆ ਹੈ, ਹਰ ਸੁੱਖ ਸਹੂਲਤ ਦਿੱਤੀ ਗਈ ਹੈ ਤੇ ਉਸ ਨੂੰ ਆਪਣੇ ਪਰਿਵਾਰ, ਆਪਣੇ ਦੇਸ਼, ਆਪਣੇ ਧਰਮ ਤੋਂ ਦੂਰ ਕੀਤਾ ਗਿਆ। ਦੂਰ ਕਰਨ ਦੇ ਨਾਲ ਨਾਲ ਉਸਦੇ ਦਿਮਾਗ ਤੇ ਦਿਲ ਦੇ ਵਿੱਚ ਉਹਨਾਂ ਦੇ ਆਪਣੇ ਲੋਕਾਂ ਦੇ ਪ੍ਰਤੀ, ਆਪਣੇ ਪਰਿਵਾਰ ਪ੍ਰਤੀ, ਆਪਣੇ ਦੇਸ਼ ਪ੍ਰਤੀ ਜ਼ਹਿਰ ਭਰਿਆ ਗਿਆ। ਤੇ ਜਦੋਂ ਉਸ ਰਾਜ ਦੇ ਵਿੱਚੋਂ, ਸਿੱਖ ਰਾਜ ਦੇ ਵਿੱਚੋਂ ਇੱਕ ਸਿਰਕੱਢ ਯੋਧਾ ਸਰਦਾਰ ਠਾਕਰ ਸਿੰਘ ਜੀ ਸੰਧਾਵਾਲੀਆ, ਇੱਕ ਕਾਬਲ ਯੋਧਾ, ਉਸ ਦੇਸ਼ ਦਾ ਵਾਸੀ ਜੋ ਉਸ ਰਾਜ ਨੂੰ ਵਾਪਸ ਲਿਆਉਣਾ ਚਾਹੁੰਦੇ ਸੀ, ਸਿੱਖ ਰਾਜ ਨੂੰ ਵਾਪਸ ਮੁੜ ਖਾਲਸਾ ਰਾਜ ਨੂੰ ਸਥਾਪਿਤ ਕਰਨਾ ਚਾਹੁੰਦੇ ਸੀ। ਉਹ ਇੱਕ ਖਾਲਸਾ ਜੋ ਅਸਲੀ ਹੁੰਦਾ ਹੈ, ਜੋ ਗੁਰੂ ਮਹਾਰਾਜ ਨੇ ਮਤ ਬੁੱਧੀ ਬਲ ਬਖਸ਼ਿਆ, ਉਹਦੇ ਅਕੋਰਡਿੰਗ ਉਹ ਇੱਕ ਸੀਕ੍ਰੇਟ ਸਿੱਖਾਂ ਦੀ ਜਿਹੜੀ ਏਜੰਸੀ ਖੜੀ ਕਰਦੇ ਨੇ, ਖੂਫੀਆ ਏਜੰਸੀ, ਉਹਦੇ ਤਹਿਤ ਕੰਮ ਕਰਨਾ ਸ਼ੁਰੂ ਕਰਦੇ ਨੇ। ਤੇ ਨਾਲ ਦੀ ਨਾਲ ਜਦੋਂ ਨੇਪਾਲ ਦੇ ਰਾਜੇ ਤੱਕ ਵੀ ਪਹੁੰਚ ਕਰਦੇ ਸੀ ਤੇ ਨੇਪਾਲ ਦਾ ਰਾਜਾ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰਦਾ ਹੈ ਤੇ ਉਸ ਗੱਲਬਾਤ ਦਾ ਸਿੱਟਾ ਨਿਕਲਦਾ ਹੈ ਤੇ ਉਹ ਅੰਗਰੇਜ਼ਾਂ ਨੂੰ ਰਾਜੀ ਕਰ ਲੈਂਦਾ ਹੈ ਕਿ ਮਹਾਰਾਣੀ ਜਿੰਦ ਕੌਰ ਜੀ ਨੂੰ ਵਾਪਸ ਜਿਹੜਾ ਦੇਸ਼ ਨਿਕਾਲਾ, ਜਿਹੜੀ ਬਲੈਕ ਲਿਸਟ, ਜਿਵੇਂ ਹੁਣ ਦੇ ਸਮੇਂ ਦੇ ਵਿੱਚ ਬਲੈਕ ਲਿਸਟ ਸਰਕਾਰ ਤਿਆਰ ਕਰ ਦਿੰਦੀ ਹੈ, ਉਸੇ ਤਰ੍ਹਾਂ ਬਲੈਕ ਲਿਸਟ ਤਿਆਰ ਕੀਤੀ, ਉਹਨੂੰ ਖਤਮ ਕਰਕੇ ਮਹਾਰਾਣੀ ਜਿੰਦ ਕੌਰ ਜੀ ਦੀ ਜਲਾਵਤਨੀ ਖਤਮ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦੀ ਧਰਤੀ 'ਤੇ ਜਾਂ ਹਿੰਦੁਸਤਾਨ ਦੀ ਧਰਤੀ 'ਤੇ ਲਿਆਂਦਾ ਜਾਵੇ ਤੇ ਨਾਲ ਮਹਾਰਾਜਾ ਦਲੀਪ ਸਿੰਘ ਜੀ ਨੂੰ ਉਹਨਾਂ ਦੇ ਨਾਲ ਮਿਲਾਇਆ ਜਾਵੇ, ਮੇਲ ਮਿਲਾਪ ਕਰਾਇਆ ਜਾਵੇ। ਕਲਕੱਤੇ ਦੀ ਧਰਤੀ ਦੇ ਉੱਤੇ ਮੇਲ ਮਿਲਾਪ ਹੁੰਦਾ ਹੈ। ਮਹਾਰਾਣੀ ਜਿੰਦ ਕੌਰ ਜੀ ਆਪਣੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਨੂੰ ਮਿਲਦੇ ਨੇ। ਦੁੱਖਾਂ ਦਾ ਪਹਾੜ ਮਹਾਰਾਣੀ ਜਿੰਦ ਕੌਰ ਜੀ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਟੁੱਟਿਆ ਸੀ। ਸਿਰ ਦਾ ਸਾਈਂ ਚਲਿਆ ਜਾਣਾ, ਇੱਕ ਆਮ ਨਹੀਂ ਉਸ ਦੇਸ਼ ਦਾ ਰਾਜਾ ਚਲਿਆ ਜਾਣਾ, ਮਹਾਰਾਣੀ ਜਿੰਦ ਕੌਰ ਦੇ ਉੱਤੇ ਇੱਕ ਪਰਿਵਾਰਕ ਜ਼ਿੰਮੇਵਾਰੀ ਤੇ ਨਾਲ ਇੱਕ ਦੇਸ਼ ਦੀ ਜ਼ਿੰਮੇਵਾਰੀ ਸੀ ਤੇ ਪੁੱਤਰ ਦਾ ਵਿਯੋਗ ਸੀ ਤੇ ਮਹਾਰਾਣੀ ਜਿੰਦ ਕੌਰ ਜੀ ਦੀ ਨਿਗਾਹ ਬਹੁਤ ਕਮਜ਼ੋਰ ਹੋ ਗਈ ਸੀ। ਸਾਹਮਣੇ ਬੈਠਾ ਬੰਦਾ ਚੰਗੀ ਤਰ੍ਹਾਂ ਜਿਹੜਾ ਨਹੀਂ ਪਛਾਣਿਆ ਜਾਂਦਾ ਸੀ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਮਿਲਦੇ ਨੇ ਤਾਂ ਮਹਾਰਾਣੀ ਜਿੰਦ ਕੌਰ ਬਹੁਤ ਖੁਸ਼ ਹੁੰਦੇ ਨੇ ਕਿ ਇੰਨੇ ਸਾਲਾਂ ਬਾਅਦ ਮੈਂ ਆਪਣੇ ਪੁੱਤਰ ਨੂੰ ਮਿਲ ਰਹੀ ਹਾਂ। ਤੇ ਜਦੋਂ ਉਹ ਮਹਾਰਾਜਾ ਦਲੀਪ ਸਿੰਘ ਜੀ ਨੂੰ ਛੂੰਹਦੇ ਨੇ, ਹੱਥ ਪੈਰ ਛੂੰਹਦੇ ਉਹਨਾਂ ਦੇ ਮੁਖੜੇ ਨੂੰ ਛੂੰਹਦੇ, ਜਦੋਂ ਸਿਰ ਦੇ ਵੱਲ ਹੱਥ ਜਾਂਦੇ ਨੇ ਤਾਂ ਮਹਾਰਾਣੀ ਜਿੰਦ ਕੌਰ ਜੀ ਪੋਪਾ ਮਾਰ ਕੇ ਰੋਣ ਲੱਗ ਪੈਂਦੇ ਨੇ, ਕਿਉਂਕਿ ਪੁੱਤਰ ਹੈ, ਉਹਦੇ ਕੋਲ ਸਿੱਖੀ ਦੀ ਦਾਤ ਨਹੀਂ ਹੈ। ਤਾਂ ਮਹਾਰਾਣੀ ਜਿੰਦ ਕੌਰ ਜੀ ਆਖਦੇ ਨੇ ਕਿ ਅਸਲ ਲਫ਼ਜ਼ਾਂ ਦੇ ਵਿੱਚ ਜੇ ਕਹੀਏ, ਅਸਲੀਅਤ ਤੌਰ 'ਤੇ ਅੱਜ ਮੈਨੂੰ ਲੱਗਦਾ ਹੈ ਕਿ ਖਾਲਸਾ ਰਾਜ ਖੁੱਸ ਗਿਆ। ਉੱਥੇ ਗੱਲਬਾਤ ਹੁੰਦੀ ਹੈ, ਸਵਾਲ ਜਵਾਬ ਹੁੰਦੇ ਨੇ ਮਹਾਰਾਜਾ ਦਲੀਪ ਸਿੰਘ ਜੀ ਤੇ ਮਹਾਰਾਣੀ ਜਿੰਦ ਕੌਰ ਜੀ ਵਿਚਕਾਰ, ਤੇ ਮਾਂ ਦੀ ਜਿਹੜੀ ਮਮਤਾ ਹੁੰਦੀ ਹੈ ਤੇ ਦੂਜੀ ਇੱਕ ਮਾਂ ਹੈ ਸ਼ੇਰਨੀ, ਜਿੰਦਾ ਦਿਲ ਸਿੰਘਣੀ। ਇਤਿਹਾਸ ਦੇ ਵਿੱਚ ਉਹਨਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਹਨਾਂ 'ਚੋਂ ਇੱਕ ਮਹਾਰਾਣੀ ਜਿੰਦ ਕੌਰ ਜੀ ਸੀ, ਜਿਨ੍ਹਾਂ ਦੇ ਕੋਲੋਂ ਸਾਰੀ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਡਰਦੀ ਹੁੰਦੀ ਸੀ। ਮਹਾਰਾਣੀ ਜਿੰਦ ਕੌਰ ਜੀ ਨੂੰ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਨਿਰਵਸਤਰ ਕਰਕੇ ਤਲਾਸ਼ੀਆਂ ਲੈਣੀਆਂ, ਉਹਨਾਂ ਤੋਂ ਰਾਜ ਭਾਗ ਖੋਲ੍ਹਿਆ, ਪੈਨਸ਼ਨ ਬੰਦ ਕਰਨੀ, ਦੇਸ਼ ਨਿਕਾਲਾ ਦਿੱਤਾ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜਿਵੇਂ ਕਿ ਸਰਕਾਰ ਟੌਰਚਰ ਕਰਦੀ ਹੁੰਦੀ ਹੈ ਮਾਨਸਿਕ ਤੌਰ 'ਤੇ ਤੋੜਨ ਦੇ ਲਈ, ਸਰੀਰਕ ਤੌਰ 'ਤੇ ਤੋੜਨ ਦੇ ਲਈ, ਹਰ ਤਰ੍ਹਾਂ ਦਾ ਤਸ਼ੱਦਦ ਅੰਗਰੇਜ਼ੀ ਸਰਕਾਰ ਨੇ ਮਹਾਰਾਣੀ ਜਿੰਦ ਕੌਰ 'ਤੇ ਕੀਤਾ ਸੀ। ਪਰ ਮਹਾਰਾਣੀ ਜਿੰਦ ਕੌਰ ਜੀ 'ਤੇ ਗੁਰੂ ਸਾਹਿਬ ਦੀ ਕਿਰਪਾ ਸੀ ਤਾਂ ਉਸੇ ਕਿਰਪਾ ਦੇ ਅਕੋਰਡਿੰਗ, ਉਸੇ ਕਿਰਪਾ ਦੇ ਅਧੀਨ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਵਿੱਚ ਉਹ ਚਿੰਨ੍ਹ ਜਗਾਈ, ਉਹਨਾਂ ਨੂੰ ਅਹਿਸਾਸ ਕਰਾਇਆ ਕਿ ਉਹਨਾਂ ਦੇ ਸਿਰ ਦੇ ਉੱਤੇ ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਪਿੱਛੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ, ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ, ਆਪਣੇ ਧਰਮ ਦੀ ਜ਼ਿੰਮੇਵਾਰੀ ਹੈ। ਤੇ ਮਹਾਰਾਜਾ ਦਲੀਪ ਸਿੰਘ ਜੀ ਮਹਾਰਾਣੀ ਜਿੰਦ ਕੌਰ ਜੀ ਨੂੰ ਆਪਣੇ ਨਾਲ ਇੰਗਲੈਂਡ ਲੈ ਆਉਂਦੇ ਨੇ
ਇੱਥੇ ਮਹਾਰਾਣੀ ਜਿੰਦ ਕੌਰ ਜੀ ਜਿੰਨਾ ਸਮਾਂ ਬਤੀਤ ਕਰਦੇ ਨੇ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਲ ਬਤੀਤ ਕਰਦੇ ਨੇ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਮੁੜ ਵਾਪਸ ਆਪਣੇ ਧਰਮ ਦੇ ਵਿੱਚ ਲਿਆਉਂਦੇ ਨੇ। ਮਹਾਰਾਣੀ ਜਿੰਦ ਕੌਰ ਜੀ ਜਦੋਂ ਅਕਾਲ ਚਲਾਣਾ ਕਰਦੇ ਨੇ ਤਾਂ ਮਹਾਰਾਜਾ ਦਲੀਪ ਸਿੰਘ ਜੀ ਉਹਨਾਂ ਦੀਆਂ ਅਸਥੀਆਂ, ਉਹਨਾਂ ਦੇ ਫੁੱਲ ਪੰਜਾਬ ਦੀ ਧਰਤੀ ਦੇ ਉੱਤੇ ਜਲ ਪ੍ਰਵਾਹ ਕਰਨਾ ਚਾਹੁੰਦੇ ਨੇ ਤੇ ਅੰਗਰੇਜ਼ੀ ਸਰਕਾਰ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਤਾਂ ਮਹਾਰਾਜਾ ਦਲੀਪ ਸਿੰਘ ਜੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਨਾਲ ਕੀ ਹੋਇਆ ਤੇ ਸਰਕਾਰ ਸਾਡੇ ਕਿਸ ਤਰ੍ਹਾਂ ਅੱਜ ਵੀ ਸਿਰ ਦੇ ਉੱਤੇ ਤਲਵਾਰ ਲਟਕਾ ਕੇ ਬੈਠੀ ਹੈ ਤੇ ਉਹਨਾਂ ਨੂੰ ਖਤਰਾ ਹੈ ਮਹਾਰਾਜਾ ਦਲੀਪ ਸਿੰਘ ਜੀ ਤੋਂ ਵੀ। ਤਾਂ ਮਹਾਰਾਜਾ ਦਲੀਪ ਸਿੰਘ ਜੀ ਉਸ ਗੱਲ ਦੇ ਰੋਸ ਵਜੋਂ ਉਸ ਤੋਂ ਬਾਅਦ ਇੰਗਲੈਂਡ ਦੀ ਧਰਤੀ ਤੇ ਨਹੀਂ ਆਉਂਦੇ, ਉਹ ਰਸ਼ੀਆ ਜਾਂਦੇ ਨੇ। ਉਸ ਸਮੇਂ ਦੇ ਜਿਹੜੇ ਇਨਕਲਾਬੀ ਨੇ, ਰੈਵੋਲੂਸ਼ਨਰੀ ਨੇ, ਉੱਥੋਂ ਦੇ ਜਿਹੜੇ ਰਾਇਲ ਪਰਿਵਾਰ ਨੇ ਉਹਨਾਂ ਦੇ ਨਾਲ ਮਿਲਦੇ ਨੇ ਤੇ ਆਪਣੇ ਨਾਲ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਮੇਰਾ ਸਾਥ ਦਿਓ ਅੰਗਰੇਜ਼ੀ ਹਕੂਮਤ ਦੇ ਖਿਲਾਫ। ਉਹ ਫਰਾਂਸ ਦੇ ਵਿੱਚ, ਯੂਰਪ ਦੇ ਵਿੱਚ ਅਜਿਹੇ ਕਈ ਰੈਵੋਲੂਸ਼ਨਰੀਆਂ ਨੂੰ ਮਿਲਦੇ ਨੇ, ਆਇਰਲੈਂਡ ਦੇ ਇਨਕਲਾਬੀਆਂ ਨੂੰ ਵੀ ਮਿਲਦੇ ਨੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਉਹ ਸੁਨੇਹੇ ਅੱਡ ਅੱਡ ਰਾਜਿਆਂ ਨੂੰ ਭੇਜਦੇ ਰਹਿੰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਤੇ ਇਹ ਇੱਕ ਸਮਾਂ ਸੀ, ਇਸ ਸਮੇਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਨੇ ਬਹੁਤ ਵੱਡੀ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਦੁਨੀਆ ਦੇ ਇਨਕਲਾਬੀਆਂ ਦੇ ਨਾਲ ਜਿਹੜੇ ਬ੍ਰਿਟਿਸ਼ ਸਾਮਰਾਜ ਦੇ ਅਗੇਂਸਟ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਜੰਗ ਛਿੜੀ ਜਾਵੇ ਬ੍ਰਿਟਿਸ਼ ਸਾਮਰਾਜ ਦੇ ਅਧੀਨ, ਤਾਂ ਜੋ ਹਰ ਇੱਕ ਮੁਲਕ ਦੇ ਇਨਕਲਾਬੀ ਇਕੱਠੇ ਹੋ ਕੇ ਇੱਕ ਵੱਡੀ ਫੌਜ ਤਿਆਰ ਕਰ ਸਕਣ ਤੇ ਉਹ ਸਾਰੇ ਦੇਸ਼ ਜਿਹੜੇ ਆਜ਼ਾਦ ਹੋ ਸਕਣ। ਇਹ ਬਹੁਤ ਵੱਡੀ ਇੱਕ ਦੂਰ ਅੰਦੇਸ਼ੀ ਸੀ ਮਹਾਰਾਜਾ ਦਲੀਪ ਸਿੰਘ ਜੀ ਦੀ। ਖੈਰ ਉਦੋਂ ਸਮਾਂ ਜਿਹੜਾ ਉਹ ਹੈ ਉਹਦੀ ਗੱਲ ਕਰੀਏ, ਉਹ ਸਮਾਂ ਨੇ ਸਾਥ ਨਹੀਂ ਦਿੱਤਾ। ਸਮੇਂ ਦਾ ਗੇੜ, ਜਿਹੜਾ ਸਮੇਂ ਦਾ ਕਾਲ ਸੀ, ਉਹ ਮਹਾਰਾਜਾ ਦਲੀਪ ਸਿੰਘ ਜੀ ਦੇ ਹੱਕ ਦੇ ਵਿੱਚ ਨਾ ਆਇਆ। ਮਹਾਰਾਜਾ ਦਲੀਪ ਸਿੰਘ ਜੀ ਨੇ, ਕਿਉਂਕਿ ਇੱਕ ਉਹ ਰਾਜਾ ਸੀ ਜਿਨ੍ਹਾਂ ਦਾ ਰਾਜ ਭਾਗ ਗਵਾਚ ਗਿਆ ਸੀ, ਇੱਕ ਇਸ ਕਾਰਨ ਵੀ ਦੂਜੇ ਜਿਹੜੇ ਦੇਸ਼ਾਂ ਦੇ ਰਾਜੇ ਸੀ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਦਾ ਸਾਥ ਨਹੀਂ ਦਿੱਤਾ। ਤੇ ਮਹਾਰਾਜਾ ਦਲੀਪ ਸਿੰਘ ਜੀ, ਕਿਉਂਕਿ ਸਭ ਤੋਂ ਵੱਡੀ ਤਾਕਤ ਮਹਾਰਾਣੀ ਜਿੰਦ ਕੌਰ ਜੀ, ਉਹ ਵੀ ਇਸ ਦੁਨੀਆ ਤੇ ਨਹੀਂ ਰਹੇ। ਤੇ ਦੂਜਾ ਠਾਕਰ ਸਿੰਘ ਜੀ ਸੰਧਾਵਾਲੀਆ, ਇਨਕਲਾਬੀ ਜੋ ਮਹਾਨ ਸਿੱਖ ਸੀਗੇ, ਜੋ ਬੜੇ ਦੂਰ ਅੰਦੇਸ਼ੀ ਸੀਗੇ, ਉਹ ਵੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ, ਨਹੀਂ ਰਹੇ ਸੀ। ਮਹਾਰਾਜਾ ਦਲੀਪ ਸਿੰਘ ਜੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੁੰਦੇ ਸੀ ਤੇ ਫਿਰ ਲੰਮੇ ਜੱਦੋ-ਜਹਿਦ ਤੋਂ ਬਾਅਦ ਫਰਾਂਸ ਦੇ ਹੋਟਲ ਦੇ ਵਿੱਚ ਉਹ ਆਪਣਾ ਅੰਤਮ ਸਮਾਂ ਜਿਹੜਾ ਉੱਥੇ ਬਤੀਤ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਜਿਵੇਂ ਕਿ ਇੱਕ ਬਹੁਤ ਵੱਡੀ ਇਹ ਸਾਜ਼ਿਸ਼ ਦੇ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਸਾਡਾ ਉਦੋਂ ਰਾਜ ਨਹੀਂ ਸੀ, ਕਿਸੇ ਨੇ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁਦਰਤੀ ਮੌਤ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹੋਣੀ। ਕਈਆਂ ਨੂੰ ਲੱਗੇਗਾ ਕਿ ਕੌਨਸਪੀਰੇਸੀ ਹੁੰਦੀ ਹੈ, ਕਈ ਗੱਲਾਂ ਜਿਹੜੀਆਂ ਸਾਡਾ ਮੀਡੀਆ ਨਾ ਹੋਣ ਕਰਕੇ ਸਾਹਮਣੇ ਨਹੀਂ ਆਇਆ, ਅਸੀਂ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇੱਕੋ ਪਰਿਵਾਰ ਦੇ ਮੈਂਬਰ ਕਿਵੇਂ ਇਸ ਤਰ੍ਹਾਂ ਚਲੇ ਗਏ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਹਾਂ ਕਿ ਕਿਸੇ ਰਾਜੇ ਦੇ ਖਾਣ ਪੀਣ ਦੇ ਵਿੱਚ ਉਹਨੂੰ ਕੋਈ ਸਲੋ ਪੋਇਜ਼ਨ ਦਿੱਤੀ ਗਈ ਜਾਂ ਹੋਰ ਤਰੀਕੇ ਦੇ ਨਾਲ ਕਿਤੇ ਪਾਰਾ ਦਿੱਤਾ ਗਿਆ, ਕੁਛ ਦਿੱਤਾ ਗਿਆ, ਜਿਹਦੇ ਨਾਲ ਲੋਕਾਂ ਦੀ ਮੌਤ ਹੁੰਦੀ ਗਈ। ਇਹ ਅਸੀਂ ਕਈ ਰਾਜ ਭਾਗ ਦੁਨੀਆ ਦੇ ਅਸੀਂ ਪੜ੍ਹੇ ਨੇ। ਜਿਵੇਂ ਕਿ ਵਰਲਡ ਵਾਰ ਦੇ ਸਮੇਂ ਹਿਟਲਰ ਨੇ ਵੀ ਚਾਕਲੇਟ ਦੇ ਜਿਹੜੇ ਰੂਪ ਦੇ ਵਿੱਚ RDX ਦਾ ਜਿਹੜਾ ਮਸਾਲਾ ਉਹ ਪਾ ਕੇ ਵਿੰਸਟਨ ਚਰਚਲ ਜਿਹੜੇ ਇੱਥੇ ਦੇ ਪ੍ਰਧਾਨ ਮੰਤਰੀ ਸੀ ਇੰਗਲੈਂਡ ਦੇ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਕਾਮਯਾਬ ਨਹੀਂ ਹੋ ਸਕਿਆ ਸੀ। ਸੋ ਇਹੋ ਜਿਹੀਆਂ ਕਈ ਮਿਸਾਲਾਂ ਸਾਨੂੰ ਇਤਿਹਾਸ ਦੇ ਵਿੱਚ ਮਿਲਣਗੀਆਂ ਕਿ ਕਿਸ ਤਰ੍ਹਾਂ ਰਾਜ ਭਾਗ ਖਤਮ ਕੀਤੇ ਗਏ। ਮਹਾਰਾਜਾ ਦਲੀਪ ਸਿੰਘ ਜੀ ਨੂੰ ਫਰਾਂਸ ਤੋਂ ਫਿਰ ਇੰਗਲੈਂਡ ਲੈ ਆਂਦਾ ਇੱਥੇ ਦੀ ਬ੍ਰਿਟਿਸ਼ ਸਰਕਾਰ ਨੇ, ਬ੍ਰਿਟਿਸ਼ ਹਕੂਮਤ ਨੇ, ਅੰਗਰੇਜ਼ੀ ਸਾਮਰਾਜ ਨੇ। ਤੇ ਮਹਾਰਾਜਾ ਦਲੀਪ ਸਿੰਘ ਜੀ ਮਹਾਰਾਣੀ ਜਿੰਦ ਕੌਰ ਜੀ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਧਾਰੀ ਸਿੰਘ ਸੱਜ ਗਏ ਸੀ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ ਸੀ ਤੇ ਦੁਬਾਰਾ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਸੀ। ਤੇ ਅੱਜ ਇੰਗਲੈਂਡ ਦੀ ਧਰਤੀ ਉੱਤੇ ਐਲਵੀਡਨ ਚਰਚ ਦੇ ਵਿੱਚ, ਐਲਵੀਡਨ ਸਟੇਟ ਜਿੱਥੇ ਮਹਾਰਾਜਾ ਦਲੀਪ ਸਿੰਘ ਜੀ ਰਹਿੰਦੇ ਹੁੰਦੇ ਸੀ, ਉੱਥੇ ਚਰਚ ਹੈ। ਉੱਥੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਧਰਤੀ ਦੇ ਵਿੱਚ ਦੱਬਿਆ ਹੋਇਆ, ਉੱਥੇ ਉਹਨਾਂ ਦੀ ਗਰੇਵ ਹੈ
ਸਮਾਧ ਹੈ, ਉਹਨਾਂ ਦੀ ਸਿੰਘਣੀ ਦੀ ਵੀ ਸਮਾਧ ਉੱਥੇ ਹੀ ਹੈ, ਮਹਾਰਾਣੀ ਸਾਹਿਬਾਂ ਦੀ ਬਿੰਬਾ ਮੁੱਲਰ, ਤੇ ਉਹਨਾਂ ਦੇ ਬੇਟੇ ਦੀ ਵੀ ਸਮਾਧ ਉੱਥੇ। ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਉਸ ਧਰਤੀ ਤੇ ਉੱਥੇ ਉਹਨਾਂ ਨੂੰ ਦੱਬਿਆ ਹੋਇਆ ਹੈ। ਜੇ ਸਿੱਖ ਰਵਾਇਤਾਂ ਦੇ ਅਨੁਸਾਰ ਦੇਖੀਏ ਤਾਂ ਇੱਕ ਬਹੁਤ ਵੱਡਾ ਗੁਨਾਹ ਹੈ ਇੱਕ ਖਾਲਸੇ ਨੂੰ, ਅੰਮ੍ਰਿਤਧਾਰੀ ਸਿੰਘ ਨੂੰ ਧਰਮ ਦੇ ਅਕੋਰਡਿੰਗ ਉਹ ਸੰਸਕਾਰ ਦੀ ਵਿਧੀ ਨਾ ਪੂਰੀ ਕਰਨਾ, ਇਹ ਸਭ ਤੋਂ ਵੱਡਾ ਗੁਨਾਹ ਮੰਨਿਆ। ਤੇ ਅੱਜ ਜੇ ਖਾਸ ਤੌਰ ਤੇ ਇਹ ਗੱਲ ਹੈ, ਪਿਛਲੇ ਕਈ ਵਾਰੀ ਅਸੀਂ ਇਹ ਬੇਨਤੀ ਕਰ ਚੁੱਕੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਕੌਮ ਦੇ ਜਾਂ ਤਾਂ ਸਮਝਣ ਦੀ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਜਾਂ ਸਾਡੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਸ਼੍ਰੀ ਅਕਾਲ ਤਖਤ ਸਾਹਿਬ, ਸਾਡੀਆਂ ਧਾਰਮਿਕ ਜਥੇਬੰਦੀਆਂ, ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਜੋ ਪੰਜਾਬ ਬੇਸਡ ਨੇ, ਸਾਰਿਆਂ ਨੂੰ ਇਹ ਗੱਲ ਆਵਾਜ਼ ਚੱਕਣੀ ਚਾਹੀਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਜੀ ਨੂੰ ਉਸ ਧਰਤੀ, ਬਗਾਨੀ ਧਰਤੀ ਦੇ ਉੱਤੇ ਜਿੱਥੇ ਉਹਨਾਂ ਨੂੰ ਸਿੱਖੀ ਰਵਾਇਤਾਂ ਦੇ ਅਨੁਸਾਰ ਉਹਨਾਂ ਦਾ ਦਾਹ ਸੰਸਕਾਰ ਨਹੀਂ ਕੀਤਾ ਗਿਆ, ਤੇ ਸਿੱਖੀ ਸਿਧਾਂਤਾਂ ਦੇ ਉਲਟ ਜਾ ਕੇ ਉਹਨਾਂ ਨੂੰ ਧਰਤੀ ਦੇ ਵਿੱਚ ਦੱਬ ਕੇ ਰੱਖਿਆ, ਉਹਨਾਂ ਦੀ ਦੇਹ ਨੂੰ, ਉਹਨਾਂ ਦੀਆਂ ਅਸਥੀਆਂ ਉੱਥੋਂ ਕਢਾ ਕੇ ਪੰਜਾਬ ਦੀ ਧਰਤੀ ਦੇ ਉੱਤੇ ਭੇਜੀਆਂ ਜਾਣ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਸਿੱਖੀ ਰਹਿਤ ਮਰਜ਼ਾਦਾ ਅਨੁਸਾਰ ਉਹਨਾਂ ਦੇ ਫੁੱਲ ਤਾਰੇ ਜਾਣ। ਕਿਉਂਕਿ ਮਹਾਰਾਜਾ ਦਲੀਪ ਸਿੰਘ ਜੀ ਦਾ ਇਹੀ ਸੁਪਨਾ ਸੀ, ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਾਣਾ ਚਾਹੁੰਦੇ ਸੀ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਮਹਾਰਾਜਾ ਦਲੀਪ ਸਿੰਘ ਜੀ ਦਾ ਉਹ ਸੁਪਨਾ ਅਧੂਰਾ ਹੈ। ਜਿਹੜੀਆਂ ਮੈਂ 17 ਇਸ ਪੇਸ਼ਕਸ਼ ਦੇ ਸ਼ੁਰੂ ਦੇ ਵਿੱਚ ਪੜ੍ਹੀਆਂ ਸੀ, ਸਤਿੰਦਰ ਸਰਤਾਜ ਉਹਨਾਂ ਨੇ ਆਪਣੀ ਫਿਲਮ ਜੋ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਦੇ ਆਧਾਰਿਤ ਹੈ, ਬਲੈਕ ਪ੍ਰਿੰਸ, ਉਹਦਾ ਇੱਕ ਗੀਤ ਹੈ ਦਰਦਾਂ ਵਾਲਾ ਦੇਸ ਵਾਜਾ ਮਾਰਦਾ, ਉਹਦੇ ਵਿੱਚ ਲਿਖੀਆਂ ਗਾਈਆਂ ਨੇ। ਤੇ ਇਹੀ ਇੱਕ ਸੁਪਨਾ ਮਹਾਰਾਜਾ ਦਲੀਪ ਸਿੰਘ ਜੀ ਦਾ ਸੀ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਤਰੀਕੇ ਦਾ, ਜਿੱਥੇ ਵੀ ਹੱਥ ਪੈਂਦਾ ਹੈ, ਕਿਉਂਕਿ ਇਹ ਐਗਜ਼ੈਂਪਲਾਂ ਸਾਡੇ ਮੂਹਰੇ ਨੇ। ਇਤਿਹਾਸ ਦੇ ਵਿੱਚ ਬਾਹਲੀ ਦੂਰ ਜਾਣ ਦੀ ਲੋੜ ਨਹੀਂ। ਹੁਣ ਦਾ ਜੇ ਇਤਿਹਾਸ ਦੇਖੀਏ ਮੌਜੂਦਾ ਸਮੇਂ ਦਾ, ਇੰਗਲੈਂਡ ਦੀ ਧਰਤੀ ਤੋਂ ਮਦਨ ਲਾਲ ਢੀਂਗਰਾ ਜੀ, ਸ਼ਹੀਦ ਊਧਮ ਸਿੰਘ ਜੀ, ਉਹਨਾਂ ਦੋ ਯੋਧਿਆਂ ਦੀਆਂ ਧਰਤੀਆਂ, ਉਹਨਾਂ ਦੋ ਯੋਧਿਆਂ ਦੀਆਂ ਅਸਥੀਆਂ ਪੰਜਾਬ ਦੀ ਧਰਤੀ ਦੇ ਉੱਤੇ ਗਈਆਂ ਨੇ। ਲੰਡਨ ਦੀ ਇੱਕੋ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਕੇ ਦੱਬਿਆ ਹੋਇਆ ਸੀ। ਜਦੋਂ ਊਧਮ ਸਿੰਘ ਜੀ ਦੀਆਂ ਅਸਥੀਆਂ ਉੱਥੋਂ ਸਰੀਰ ਜਿੱਥੇ ਜੇਲ੍ਹ ਦੇ ਵਿੱਚੋਂ ਕੱਢਿਆ ਗਿਆ, ਜਿੱਥੇ ਦੱਬਿਆ ਸੀ, ਤੇ ਨਾਲ ਹੀ ਉੱਥੋਂ ਫਿਰ ਪਤਾ ਲੱਗਿਆ ਸੀ ਕਿ ਮਦਨ ਲਾਲ ਜੀ ਢੀਂਗਰਾ, ਉਹਨਾਂ ਦੀਆਂ ਸਰੀਰ ਵੀ ਇੱਥੇ ਹੀ ਦੱਬਿਆ ਹੋਇਆ, ਤੇ ਕੱਢ ਕੇ ਉਹਨਾਂ ਦੋਨਾਂ ਯੋਧਿਆਂ ਦੀਆਂ ਅਸਥੀਆਂ ਜਿਹੜੀਆਂ ਪੰਜਾਬ ਭੇਜੀਆਂ ਗਈਆਂ, ਪੰਜਾਬ ਦੀ ਧਰਤੀ ਉੱਤੇ ਭੇਜੀਆਂ ਗਈਆਂ, ਤੇ ਉੱਥੇ ਧਰਮ ਦੇ, ਉਹਨਾਂ ਦੇ ਧਰਮ ਦੇ ਅਕੋਰਡਿੰਗ ਉਹਨਾਂ ਦਾ ਦਾਹ ਸੰਸਕਾਰ, ਸਾਰੀਆਂ ਵਿਧੀਆਂ ਜਿਹੜੀਆਂ ਉਹ ਕੀਤੀਆਂ ਗਈਆਂ। ਤੇ ਇਸੇ ਚੀਜ਼ ਨੂੰ ਮੁੱਖ ਰੱਖ ਕੇ ਮਹਾਰਾਜਾ ਦਲੀਪ ਸਿੰਘ ਜੀ ਦਾ ਜੋ ਅੰਤਮ ਰਸਮਾਂ ਨੇ ਉਹ ਪੰਜਾਬ ਦੀ ਧਰਤੀ ਤੇ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਤੇ ਕਈ ਮੇਲੇ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਊਧਮ ਸਿੰਘ ਜੀ ਦੀਆਂ ਜਨਮ ਦਿਨ ਦੇ ਨਾਲ ਰਿਲੇਟਡ, ਉਹਨਾਂ ਦੇ ਅਕਾਲ ਚਲਾਨਾ ਦਿਨ ਦੇ ਰਿਲੇਟਡ, ਬਾਹਰਲੇ ਮੁਲਕਾਂ ਦੇ ਵਿੱਚ ਵੀ, ਹਿੰਦੁਸਤਾਨ ਦੀ ਧਰਤੀ ਦੇ ਵੀ, ਤੇ ਉੱਥੇ ਇੱਕ ਜਿਹੜੀ ਇਹ ਗੱਲ ਮਿਕਸ ਕੀਤੀ ਜਾਂਦੀ ਹੈ ਤੇ ਜਾ ਰਹੀ ਹੈ ਕਿ ਉਹਨਾਂ ਦੇ ਉਸੇ ਦਿਨ ਦੇ ਉੱਤੇ ਉਹਨਾਂ ਜਿਹੜੇ ਸਿੱਖ ਫੌਜੀ ਵਰਲਡ ਵਾਰ ਦੇ ਵਿੱਚ ਲੜੇ ਨੇ ਅੰਗਰੇਜ਼ੀ ਸਾਮਰਾਜ ਦੀ ਸਥਾਪਤੀ ਦੇ ਲਈ, ਉਹਨਾਂ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਇੱਕੋ ਦਿਨ ਦੇ ਵਿੱਚ। ਇੱਥੇ ਦੋ ਫਿਲਾਸਫੀਆਂ ਇਕੱਠੀਆਂ ਨਹੀਂ ਹੋ ਸਕਦੀਆਂ, ਇਹ ਸਾਨੂੰ ਸਮਝਣਾ ਪਵੇਗਾ। ਤੁਸੀਂ ਉਹਨਾਂ ਸਿੱਖਾਂ ਦੀਆਂ ਯਾਦਗਾਰਾਂ ਮਨਾਓ, ਚੜ੍ਹਦੀ ਕਲਾ ਦੇ ਨਾਲ ਮਨਾਓ, ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੀ ਰਾਖੀ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਪਰ ਇਹਨਾਂ ਨੂੰ ਇਕੱਠਿਆਂ ਨਾ ਕਰੋ, ਕਿਉਂਕਿ ਮਹਾਰਾਜਾ ਦਲੀਪ ਸਿੰਘ ਜੀ ਆਪਣੇ ਆਖਰੀ ਸਾਹ ਤੱਕ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਲੜਦੇ ਹੋਏ ਆਪਣਾ ਕੀਮਤੀ ਜੀਵਨ ਕੁਰਬਾਨ ਕਰਕੇ ਗਏ ਨੇ। ਦੋ ਧਰਾਵਾਂ, ਦੋ ਸੋਚਾਂ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਸਾਡੀ ਆਉਣ ਵਾਲੀ ਪਨੀਰੀ ਦੇ ਲਈ ਖਤਰਨਾਕ ਸਿੱਧ ਹੋਣਗੀਆਂ, ਉਹਨਾਂ ਦਾ ਬ੍ਰੇਨ ਵਾਸ਼ ਕਰਨਗੀਆਂ। ਜੋ ਇਤਿਹਾਸ ਹੈ ਉਹਨਾਂ ਨੂੰ ਉਸੇ ਤਰ੍ਹਾਂ ਹੀ ਦੱਸਿਆ ਜਾਵੇ, ਰਲਗੜ ਨਾ ਕੀਤੀ ਜਾਵੇ। ਤੇ ਮਹਾਰਾਜਾ ਦਲੀਪ ਸਿੰਘ ਜੀ ਪੰਜਾਬ ਦੇ ਇਤਿਹਾਸ ਦਾ ਇੱਕ ਸਿਰ ਕੱਢਵਾਂ ਹੀਰੋ ਹੈ, ਯੋਧਾ ਹੈ ਸਾਡੇ ਮਹਾਰਾਜਾ ਸਾਹਿਬ ਨੇ। ਹਰ ਸਵਾਸ ਸਾਡਾ
ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਸੀਂ ਤੇ ਅਰਦਾਸ ਵੀ ਕਰਦੇ ਹਾਂ ਕਿ ਜਿਸ ਰਾਜ ਦੀ ਖਾਲਸੇ ਰਾਜ ਦੀ ਪ੍ਰਾਪਤੀ ਦੇ ਲਈ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ, ਜੋ ਸੁਪਨਾ ਉਹਨਾਂ ਨੇ ਦੇਖਿਆ ਸੀ ਉਹ ਸੁਪਨਾ ਸਾਕਾਰ ਹੋਵੇ, ਲੋਕਾਂ ਦਾ ਸੁਨਹਿਰੀ ਭਵਿੱਖ ਸਿਰਜਿਆ ਜਾਵੇ। ਜਿਹੜੇ ਲੋਕ ਅੱਜ ਸਾਡੇ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਉੱਤੇ ਸੰਘਰਸ਼ ਕਰ ਰਹੇ ਨੇ, ਕਦੇ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਨੇ, ਕਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਤੇ ਕਦੀ ਉਹਨਾਂ ਦੇ ਪੁਲਿਸ ਡਾਂਗਾ ਵਰਾਉਂਦੀ ਹੈ। ਉੱਥੋਂ ਦੇ ਲੋਕਾਂ ਨੂੰ, ਅੰਨਦਾਤਾ ਨੂੰ, ਕਿਸੇ ਵੀ ਖਿੱਤੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣ ਤੇ ਮਹਾਰਾਜਾ ਦਲੀਪ ਸਿੰਘ ਜੀ ਦਾ ਉਹ ਸੁਪਨਾ ਪੂਰਾ ਹੋਵੇ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰਜਿਆ ਸੀ। ਜੋ ਸੁਪਨਾ ਟੁੱਟਿਆ ਤੇ ਮਹਾਰਾਜਾ ਦਲੀਪ ਸਿੰਘ ਜੀ ਉਸ ਸੁਪਨੇ ਨੂੰ ਦੁਬਾਰਾ ਸਿਰਜਣਾ ਚਾਹੁੰਦੇ ਸੀ ਤੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਮੂਹ ਸਾਥੀਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਅੱਜ ਵੀ ਸੰਤ ਜਰਨੈਲ ਸਿੰਘ ਹੋਣਾ ਦੀ ਸੋਚ ਨੂੰ ਸਮਰਪਿਤ, ਮਹਾਰਾਜਾ ਦਲੀਪ ਸਿੰਘ ਜੀ ਹੋਣਾ ਦੀ ਸੋਚ ਨੂੰ ਸਮਰਪਿਤ ਪੰਜਾਬ ਦੇ ਯੋਧੇ, ਉੱਥੇ ਦੀ ਧਰਤੀ ਨਾਲ ਸੰਬੰਧਿਤ ਯੋਧੇ ਦੁਨੀਆ ਦੇ ਵਿੱਚ ਕਿਤੇ ਵੀ ਰਹਿੰਦੇ ਨੇ, ਉਹ ਆਪਣਾ ਬਣਦਾ ਯੋਗਦਾਨ ਪੰਜਾਬ ਦੀ ਆਜ਼ਾਦੀ ਦੇ ਲਈ ਪਾ ਰਹੇ ਨੇ। ਤੇ ਐਲਬੀਡੀ ਸਟੇਟ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦਾ ਇੱਕ ਸਟੈਚੂ ਵੀ ਬਣਾਇਆ ਗਿਆ, ਇੱਕ ਬੁੱਤ ਜਿਹੜਾ ਉੱਥੇ ਬਣਾਇਆ ਗਿਆ। ਜਦੋਂ ਕਦੇ ਇੰਗਲੈਂਡ ਦੇ ਵਾਸੀ ਸਮਾਂ ਮਿਲੇ ਤਾਂ ਐਲਬੀਡੀ ਸਟੇਟ ਜ਼ਰੂਰ ਜਾਣ ਤੇ ਥੈਟਫੋਰਡ ਟਾਊਨ ਦੇ ਵਿੱਚ ਇਹ ਸਟੈਚੂ ਬਣਿਆ ਹੋਇਆ ਹੈ ਤੇ ਉੱਥੇ ਸਟੈਚੂ ਦੇ ਥੱਲੇ ਜਿਹੜਾ ਥੰਮ ਲੱਗਿਆ ਉੱਥੇ ਦੋ ਭਾਸ਼ਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਤੇ ਕਲੀਅਰਲੀ ਤੌਰ ਤੇ ਉੱਥੇ ਲਿਖਿਆ ਹੋਇਆ ਹੈ ਕਿ ਸਿੱਖ ਰਾਜ ਦੀ ਪ੍ਰਾਪਤੀ ਦੇ ਲਈ ਉਹਨਾਂ ਨੇ ਜਦੋਜਹਿਦ ਕੀਤੀ ਹੈ ਤੇ ਅੱਜ ਵੀ ਪੰਜਾਬ ਦੇ ਲੋਕ ਆਪਣੇ ਸਿੱਖ ਰਾਜ ਦੀ, ਖਾਲਸਾ ਰਾਜ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੇ ਹਨ। ਤੇ ਇਸ ਸਾਲ ਵਿੱਚ ਪਿਛਲੇ ਸਮੇਂ ਕੁਝ ਮਹੀਨੇ ਪਹਿਲਾਂ ਖਾਲਿਸਤਾਨ ਦੇ ਉਸ ਸ਼ਬਦ ਨੂੰ, ਜੋ ਸਿੱਖਾਂ ਦਾ ਰਾਜ ਹੈ ਉਹਨੂੰ ਖਾਲਸਾ ਰਾਜ ਕਹਿ ਲਓ, ਸਿੱਖ ਰਾਜ ਕਹਿ ਲਓ, ਖਾਲਿਸਤਾਨ ਕਹਿ ਲਓ, ਉਸ ਨੂੰ ਵੀ ਜਿਹੜੀ ਇੱਥੇ ਦੀ ਡਿਕਸ਼ਨਰੀ ਆਕਸਫੋਰਡ ਦੀ ਉਹਦੇ ਵਿੱਚ ਵੀ ਦਰਜ ਕਰ ਲਿਆ ਗਿਆ। ਖਾਲਿਸਤਾਨ ਲਿਖ ਕੇ ਨਾਲ ਉਸ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਸਿੱਖ ਆਪਣੇ ਰਾਜ ਲਈ ਅੱਜ ਵੀ ਜਦੋਜਹਿਦ ਕਰ ਰਹੇ ਨੇ, ਸਿੱਖਾਂ ਦਾ ਆਪਣਾ ਦੇਸ਼ ਖਾਲਿਸਤਾਨ। ਸੋ ਇਸ ਛੋਟੀ ਜਿਹੀ ਪੇਸ਼ਕਸ਼ ਰਾਹੀਂ ਅਸੀਂ ਮਹਾਰਾਜਾ ਦਲੀਪ ਸਿੰਘ ਜੀ ਦੇ ਉਸ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਦਰਦ ਆਪਣੇ ਸੀਨੇ ਦੇ ਵਿੱਚ ਲੈ ਕੇ ਇਸ ਜਹਾਨ ਤੋਂ ਅਕਾਲ ਚਲਾਨਾ ਕਰ ਗਏ ਸੀ। ਤੇ ਜਦੋਂ ਵੀ ਅਜਿਹੇ ਯੋਧਿਆਂ ਦਾ ਜਨਮ ਦਿਨ ਹੋਵੇ, ਅਕਾਲ ਚਲਾਨਾ ਦਿਨ ਹੋਵੇ, ਸ਼ਹੀਦੀ ਦਿਨ ਹੋਵੇ, ਉਹਨਾਂ ਨੂੰ ਯਾਦ ਕਰਿਆ ਕਰੋ। ਆਪਣੇ ਸੱਜਣਾ ਮਿੱਤਰਾਂ, ਆਪਣੇ ਦੋਸਤਾਂ, ਆਪਣੀ ਪਨੀਰੀ, ਉਹਨਾਂ ਦੇ ਨਾਲ ਇਹਨਾਂ ਦਾ ਇਤਿਹਾਸ ਸਾਂਝਾ ਕਰਿਆ ਕਰੋ। ਇਹਨਾਂ ਦੇ ਇਤਿਹਾਸ ਤੋਂ ਹੀ ਸਾਨੂੰ ਇੱਕ ਨਵੀਂ ਪ੍ਰੇਰਨਾ ਮਿਲੇਗੀ, ਸਾਡੇ ਲੋਕਾਂ ਨੂੰ ਪ੍ਰੇਰਨਾ ਮਿਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।